ਤਾਂ ਬਜਟ ਦੇਸ਼ ਦਾ ਪੇਸ਼ ਹੋਇਆ ਤੇ ਇਸ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਵੀ ਬਜਟ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆਏ ਤੇ ਬਜਟ ਨੂੰ ਲੈ ਕੇ ਉਹ ਬਹੁਤ ਸਾਰੀਆਂ ਗੱਲਾਂ ਜ਼ਿਕਰ ਕਰ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਜ਼ਿਕਰ ਜੀਐਸਟੀ ਦਾ ਵਾਰ-ਵਾਰ ਹੁੰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਸਾਰਾ ਜੀਐਸਟੀ ਦਾ ਬਕਾਇਆ ਉਹ ਕਿਉਂ ਨਹੀਂ ਦਿੱਤਾ ਜਾਂਦਾ। 6000 ਕਰੋੜ ਦਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਜ਼ਿਕਰ ਕਰ ਦਿੱਤਾ। ਹੁਣ ਅਸੀਂ ਦੇਸ਼ ਦੇ ਬਜਟ ਦੀ ਗੱਲ ਕਰੀਏ ਤਾਂ ਤੁਹਾਨੂੰ ਅਹਿਮ ਪੁਆਇੰਟਸ ਦੱਸਦੇ ਹਾਂ ਕਿ ਦੇਸ਼ ਦੇ ਬਜਟ ਦੇ ਵਿੱਚ ਕੀ ਕੁਝ ਅਹਿਮ ਰਿਹਾ ਹੈ ਜਦੋਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ। ਨਿਊਜ਼ 18 ਪੰਜਾਬ ਦੇ ਉੱਤੇ ਤੁਸੀਂ ਪੁਆਇੰਟ ਬਾਈ ਪੁਆਇੰਟ ਸਮਝੋ ਕਿ 2021-2022 ਦਾ ਬਜਟ ਕੀ ਹੈ, ਕਿਹੜੇ ਖੇਤਰ ਦੇ ਲਈ ਕਿੰਨਾ ਕੁਝ ਦਿੱਤਾ ਗਿਆ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ। ਕੁਝ ਪੁਆਇੰਟਸ ਦੇ ਜ਼ਰੀਏ ਤੁਹਾਨੂੰ ਸਮਝਾਣੇ ਆ। ਬਜਟ ਦੇ ਵਿੱਚ ਟੈਕਸ ਸਲੈਬ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸੀਨੀਅਰ ਸਿਟੀਜ਼ਨ ਦੇ ਲਈ ਟੈਕਸ ਦੇ ਵਿੱਚ ਰਾਹਤ ਦਿੱਤੀ ਗਈ ਹੈ। 75 ਸਾਲ ਤੋਂ ਵੱਧ ਪੈਨਸ਼ਨ ਧਾਰਕਾਂ ਨੂੰ ਆਈਟੀਆਰ ਤੋਂ ਰਾਹਤ ਮਿਲੇਗੀ, ਯਾਨੀ ਕਿ 75 ਸਾਲ ਤੋਂ ਜ਼ਿਆਦਾ ਜਿਨ੍ਹਾਂ ਦੀ ਉਮਰ ਹੈ ਜਾਂ 75 ਸਾਲ ਜਾਂ ਉਸ ਤੋਂ ਜ਼ਿਆਦਾ ਤਾਂ ਉਹਨਾਂ ਨੂੰ ਇਨਕਮ ਟੈਕਸ ਦੀ ਰਿਟਰਨ ਨਹੀਂ ਭਰਨੀ ਹੋਏਗੀ। ਉਧਰ ਕੋਰੋਨਾ ਵੈਕਸੀਨ ਦੇ ਲਈ 35000 ਕਰੋੜ, ਬੀਮਾ ਖੇਤਰ ਦੇ ਵਿੱਚ 74% ਦੀ ਐਫਡੀਆਈ ਨੂੰ ਮਨਜ਼ੂਰੀ, ਸਟਾਰਟਅਪ ਦੇ ਲਈ ਟੈਕਸ ਛੋਟ ਦੇ ਵਿੱਚ 1 ਸਾਲ ਦਾ ਇਜ਼ਾਫਾ ਕਰ ਦਿੱਤਾ ਗਿਆ। ਜਿਨ੍ਹਾਂ ਨੇ ਸਟਾਰਟਅਪ ਸ਼ੁਰੂ ਕੀਤੇ ਸੀ ਉਹਨਾਂ ਨੂੰ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਸੀ ਤੇ ਉਸ ਛੋਟ ਨੂੰ ਵਧਾਇਆ ਗਿਆ, 1 ਸਾਲ ਹੋਰ ਵਧਾ ਦਿੱਤਾ ਗਿਆ। ਉਧਰ 94 ਆਟੋ ਪਾਰਟਸ ਤੇ ਡਿਊਟੀ ਟੈਕਸ ਨੂੰ ਵਧਾਇਆ ਗਿਆ ਹੈ, 15% ਕੀਤਾ ਗਿਆ ਹੈ। ਗੱਲ ਅਸੀਂ ਕਰੀਏ ਜੁਐਲਰੀ ਦੀ, ਸੋਨਾ ਚਾਂਦੀ ਦੀ, ਤਾਂਬੇ ਦੀ, ਲੋਹੇ ਦੀ ਤਾਂ ਕਸਟਮ ਡਿਊਟੀ ਇਸ ਦੇ ਉੱਤੇ ਘਟਾਈ ਗਈ ਹੈ। ਐਮਐਸਪੀ ਵਧਾ ਕੇ ਉਤਪਾਦਨ ਲਾਗਤ ਦਾ 1.5 ਗੁਣਾ ਕੀਤਾ ਗਿਆ ਹੈ। ਸਰਕਾਰ ਕਹਿ ਰਹੀ ਹੈ ਕਿ ਅਸੀਂ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਕੀਤਾ ਹੈ, ਅੱਗੇ ਵੀ ਐਮਐਸਪੀ ਦੇ ਉੱਤੇ ਖਰੀਦ ਜਾਰੀ ਰਹੇਗੀ। ਤੇ ਨਾਲ ਹੀ ਈ-ਨੈਮ ਦੇ ਨਾਲ 1000 ਮੰਡੀਆਂ ਨੂੰ ਜੋੜਨ ਦਾ ਵੀ ਐਲਾਨ ਕੀਤਾ ਗਿਆ, ਯਾਨੀ ਕਿ ਡਿਜੀਟਲਾਈਜੇਸ਼ਨ ਮੰਡੀਆਂ ਦੀ ਕਰਨ ਦੇ ਵੱਲ ਵੀ ਵਧਾਉਣ ਦੀ ਕੋਸ਼ਿਸ਼ ਹੈ। ਤੇ ਜਿਹੜੇ ਸੂਬਿਆਂ ਦੇ ਵਿੱਚ ਇਲੈਕਸ਼ਨਸ ਹੋਣੇ ਨੇ ਇਸ ਸਾਲ ਤਾਂ ਉਹਨਾਂ ਨੂੰ ਵੀ ਬਜਟ ਦੇ ਵਿੱਚ ਵੱਡੀਆਂ ਸੌਗਾਤਾਂ ਜ਼ਰੂਰ ਮਿਲੀਆਂ ਨੇ, ਉਹ ਚਾਹੇ ਅਸਮ ਹੋਵੇ, ਪੱਛਮੀ ਬੰਗਾਲ ਹੋਵੇ, ਕਿਉਂਕਿ ਪੰਜਾਬ ਯੂਪੀ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਹੋਣੇ ਨੇ ਤਾਂ ਉਸ ਦੇ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪੈ ਸਕਦਾ। ਹਾਲਾਂਕਿ ਹੋ ਸਕਦਾ ਕਿ ਪੰਜਾਬ ਦੇ ਇਲੈਕਸ਼ਨ ਅਗਲੇ ਬਜਟ ਤੋਂ ਪਹਿਲਾਂ ਹੀ ਹੋ ਜਾਣ। ਤਾਂ ਸੀਨੀਅਰ ਸਿਟੀਜ਼ਨ ਦੇ ਲਈ ਟੈਕਸ ਦੇ ਵਿੱਚ ਰਾਹਤ ਤੇ 10 ਵੱਡੀਆਂ ਗੱਲਾਂ ਨੇ। ਪੂਰਾ ਬਜਟ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਕਰੀਬਨ 2 ਘੰਟੇ ਤੱਕ ਪੂਰਾ ਜਿਹੜੀ ਸਪੀਚ ਚੱਲੀ ਤੇ ਉਸ ਦੇ ਵਿੱਚ ਇਹ ਅਹਿਮ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। Atmanirbhar Bharat is an expression of the 130 crore Indians who have full confidence in their capabilities and skills. We are already part of international groupings such as the G20 and the BRICS. The Coalition for Disaster Resilient Infrastructure and the International Solar Alliance are realities today due to India's efforts. The proposals in Part A will further strengthen the sankalp of nation first, doubling farmers' income, strong infrastructure, healthy India, good governance, opportunities for youth, education for all, women empowerment, and inclusive 6 lakh crores that provided free food grain to 800 million people, free cookage. As a government, we kept a watch on the situation and were proactive in our responses. The government led by the Prime Minister stretched its resources to deliver for most vulnerable sections of our society, the poorest of us. In this spirit, I can't help but recall the joy that we as cricket-loving nation felt after the Team India's recent spectacular success in Australia. It has reminded us of all the qualities that we as a people, particularly our youth, epitomize. ਤਾਂ ਬਜਟ ਪੇਸ਼ ਕੀਤਾ ਗਿਆ। ਬਜਟ ਦੇ ਵਿੱਚ ਕੀ ਕੁਝ ਖਾਸ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਕਰਕੇ ਤੁਹਾਨੂੰ ਹਰ ਇੱਕ ਖੇਤਰ ਦੇ ਵਿੱਚ ਦੱਸਾਂਗੇ ਕਿ ਕੀ ਕੁਝ ਬਜਟ 'ਚ ਐਲਾਨ ਕੀਤਾ ਗਿਆ। ਸ਼ੁਰੂਆਤ ਅਸੀਂ ਕਿਸਾਨਾਂ ਤੋਂ ਕਰਦੇ ਹਾਂ, ਖੇਤੀਬਾੜੀ ਤੋਂ ਕਰਦੇ ਹਾਂ। ਖੇਤੀਬਾੜੀ ਬਾਰੇ ਕੀ ਐਲਾਨ ਨੇ ਉਹ ਦੱਸਦੇ ਹਾਂ। ਐਗਰੀ ਇਨਫਰਾ ਡਿਵੈਲਪਮੈਂਟ ਸੈਸ ਦਾ ਐਲਾਨ ਕੀਤਾ ਗਿਆ। ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਬਣਾਉਣ ਦਾ ਐਲਾਨ ਕੀਤਾ ਗਿਆ, ਜਿਹੜੇ ਐਕਸਪਰਟਸ ਨੇ ਇਸ ਦਾ ਸਵਾਗਤ ਕਰ ਰਹੇ ਨੇ। ਉਧਰ ਈ-ਨੈਮ ਦੇ ਨਾਲ 1000 ਮੰਡੀਆਂ ਨੂੰ ਹੋਰ ਮੰਡੀਆਂ ਨੂੰ ਜੋੜਨ ਦਾ ਵੀ ਟੀਚਾ ਰੱਖਿਆ ਗਿਆ। ਇਸ ਦਾ ਮਤਲਬ ਇਹ ਹੈ ਕਿ ਮੰਡੀਆਂ ਨੂੰ ਜੋੜ ਕੇ ਸਰਕਾਰ ਇਹ ਕਹਿ ਰਹੀ ਹੈ ਕਿ
ਰੇਟ ਦਾ ਪਤਾ ਲੱਗੇਗਾ। ਯਾਨੀ ਕਿ ਜੇ 1000 ਮੰਡੀਆਂ ਆਨਲਾਈਨ ਨੇ, ਪਹਿਲਾਂ ਵੀ ਕੁਝ ਮੰਡੀਆਂ ਹੈਗੀਆਂ ਨੇ, ਤਾਂ ਉਸ ਤੋਂ ਬਾਅਦ ਫਿਰ ਐਪਸ ਦੇ ਜ਼ਰੀਏ ਆਨਲਾਈਨ ਜਾ ਕੇ ਰੇਟ ਪਤਾ ਕੀਤਾ ਜਾ ਸਕੇਗਾ ਵੱਖ-ਵੱਖ ਥਾਵਾਂ ਦੇ ਉੱਤੇ ਇੱਕੋ ਚੀਜ਼ ਦਾ ਕੀ ਪ੍ਰਾਈਸ ਚੱਲ ਰਿਹਾ ਹੈ। ਤੇ ਉਧਰ ਖੇਤੀ ਉਤਪਾਦਾਂ ਦੇ ਨਿਰਯਾਤ ਦੇ ਵਿੱਚ 22 ਹੋਰ ਫਸਲਾਂ ਜੋੜਨ ਦਾ ਵੀ ਐਲਾਨ ਕੀਤਾ ਗਿਆ, ਯਾਨੀ ਕਿ ਐਕਸਪੋਰਟ ਕੀਤੀਆਂ ਜਾ ਸਕਣਗੀਆਂ 22 ਹੋਰ ਫਸਲਾਂ, 22 ਹੋਰ ਜਿਨਸਾਂ ਦਾ ਜ਼ਿਕਰ ਹੈ। ਫਸਲਾਂ ਦੇ ਉੱਤੇ MSP ਵਿਵਸਥਾ ਦੇ ਵਿੱਚ ਸੁਧਾਰ, ਲਾਗਤ ਦੇ ਨਾਲੋਂ 1.5 ਗੁਣਾ ਕੀਮਤ ਮਿਲਣ ਦੀ ਸੰਭਾਵਨਾ ਹੈ। ਇਹ ਲਗਾਤਾਰ ਜ਼ਿਕਰ ਸਰਕਾਰ ਕਰ ਰਹੀ ਹੈ। ਇਸ ਦੇ ਨਾਲ ਤੁਹਾਨੂੰ ਵੀ ਦੱਸ ਦਈਏ ਕਿ ਜੋ ਸਰਕਾਰ ਦੇ ਐਲਾਨ ਨੇ ਉਸ ਦੇ ਮੁਤਾਬਕ 16.5 ਲੱਖ ਰੁਪਏ ਰੱਖਿਆ ਗਿਆ ਹੈ ਕਿਸਾਨਾਂ ਦੇ ਲੋਨ ਦੇ ਲਈ, ਜੇਕਰ ਕਿਸਾਨ ਕਰਜ਼ ਲੈਂਦੇ ਨੇ। ਤੇ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਜਿਹੜੇ ਐਲਾਨ ਨੇ ਖੇਤੀਬਾੜੀ ਸੈਕਟਰ ਦੇ ਨੇ। ਪ੍ਰਧਾਨ ਮੰਤਰੀ ਨੇ ਵੀ ਜ਼ਿਕਰ ਕੀਤਾ ਕਿ ਇਸ ਵਾਰ ਦਾ ਬਜਟ, ਉਹਨਾਂ ਨੇ ਵਧਾਈ ਦਿੱਤੀ ਖਜ਼ਾਨਾ ਮੰਤਰੀ ਨੂੰ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਦਾ ਬਜਟ ਐਗਰੀਕਲਚਰ ਸੈਂਟਰਿਕ ਸੀ, ਯਾਨੀ ਕਿ ਕੇਂਦਰਿਤ ਹੈ ਐਗਰੀਕਲਚਰ। ਤਾਂ ਅਸੀਂ ਅੱਜ ਦੀ ਆਪਣੀ ਚਰਚਾ ਦੀ ਸ਼ੁਰੂਆਤ ਕਰਾਂਗੇ। ਬਜਟ ਦੇ ਵਿੱਚ ਕੀ ਕੁਝ ਮਿਲਿਆ, ਬਜਟ ਦੇ ਵਿੱਚ ਕੀ ਖਾਸ ਰਿਹਾ, ਉਹ ਸਭ ਕੁਝ ਸਮਝਣ ਦੀ ਕੋਸ਼ਿਸ਼ ਹੋਏਗੀ। ਪਰ ਅੱਜ ਦੇ ਸਵਾਲ ਦੇ ਨਾਲ ਹੀ ਸ਼ੁਰੂਆਤ ਕਰਦੇ ਆਪਣੇ ਦਰਸ਼ਕਾਂ ਨਾਲ ਜੋੜਨ ਦੀ ਕੋਸ਼ਿਸ਼ ਹਰ ਵਾਰ ਦੀ ਤਰ੍ਹਾਂ। ਸਾਡਾ ਅੱਜ ਦਾ ਸਵਾਲ ਬਜਟ ਦੇ ਨਾਲ ਜੁੜਿਆ ਹੋਇਆ ਹੈ, ਪ੍ਰਧਾਨ ਮੰਤਰੀ ਦੇ ਉਸ ਬਿਆਨ ਦੇ ਨਾਲ ਜੁੜਿਆ ਹੋਇਆ ਹੈ ਜੋ ਬਜਟ ਤੋਂ ਬਾਅਦ ਉਹਨਾਂ ਦੇ ਵੱਲੋਂ ਦਿੱਤਾ ਗਿਆ। ਸਾਡਾ ਅੱਜ ਦਾ ਸਵਾਲ ਜੋ ਹੈ ਪਹਿਲਾਂ ਉਹ ਤੁਹਾਡੇ ਨਾਲ ਦੱਸਦੇ ਹਾਂ, ਉਸ ਤੋਂ ਬਾਅਦ ਆਪਣੀ ਚਰਚਾ ਦੀ ਸ਼ੁਰੂਆਤ ਕਰਾਂਗੇ। ਸਾਡਾ ਅੱਜ ਦਾ ਸਵਾਲ ਹੈ ਕਿ ਇਸ ਵਾਰ ਦਾ ਬਜਟ ਕੀ ਕਿਸਾਨ ਕੇਂਦਰਿਤ ਹੈ? ਕਿ ਇਸ ਵਾਰ ਦਾ ਬਜਟ ਕਿਸਾਨ ਕੇਂਦਰਿਤ ਹੈ? क्योंकि प्रधानमंत्री ने जिक्र किया कि किसान केंद्रित है इस बार दा बजट। तो की किसान केंद्रित है इस बार दा बजट? जेकर तो लगता है कि हाँ किसानों को सेंट्रिक रख के उन्होंने ध्यान दे विच रखते ये बनाया गया, तो टाइप करो न्यूज़18 स्पेस दे के PHH स्पेस दे के Y। जेकर तुहानूं अजिहा नहीं लगता तो टाइप करो न्यूज़18 स्पेस दे के PHH स्पेस दे के N। ਤੇ ਇਸ ਨੂੰ ਭੇਜ ਦਿਓ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਪ੍ਰਧਾਨ ਮੰਤਰੀ ਦਾ ਬਿਆਨ ਉਸ ਦਿਨ ਨਾਲ ਜੁੜਿਆ ਹੋਇਆ ਅਸੀਂ ਸਵਾਲ ਪੁੱਛ ਰਹੇ ਹਾਂ। ਅਸੀਂ ਆਪਣੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਬਜਟ ਤੋਂ ਬਾਅਦ ਕਿ ਬਜਟ 'ਚ ਕੀ ਕੁਝ ਮਿਲਿਆ, ਕੀ ਉਮੀਦ ਸੀ, ਕੀ ਉਮੀਦ ਦੇ ਮੁਤਾਬਿਕ ਬਜਟ ਸੀ ਨਹੀਂ ਸੀ, ਬਹੁਤ ਸਾਰੇ ਪੁਆਇੰਟਸ ਨੇ। ਪਹਿਲਾਂ ਤਾਰਫ ਕਰਵਾਉਣਾ ਸਾਡੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੁੜ ਰਹੇ ਨੇ, ਖੇਤੀਬਾੜੀ ਮਾਹਰ ਨੇ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਜਟ ਨੂੰ ਕਿਵੇਂ ਦੇਖਦੇ ਨੇ। ਤੇ ਨਾਲ ਸਾਡੇ ਮਲਿਕ ਜੀ ਜੁੜ ਰਹੇ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਰਮਨ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਪ੍ਰੋਫੈਸਰ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਅੱਜ ਦੇ ਇਸ ਪ੍ਰੋਗਰਾਮ ਦੀ। ਬਜਟ ਕੀ ਕਿਸਾਨ ਸੈਂਟਰਿਕ ਹੈ? ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਧਾਈ ਹੋਵੇ ਖਜ਼ਾਨਾ ਮੰਤਰੀ ਨੂੰ, ਤੇ ਨਾਲ ਹੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇਸ ਵਾਰ ਦਾ ਬਜਟ ਕਿਸਾਨ ਸੈਂਟਰਿਕ ਹੈ। देखो जी गल की बीजेपी ਜਾਂ सरकार इस वेले ज़्यादा सराहना कर रही है वो ये है कि 75,000 करोड़ रुपया कणक खरीदण लई MSP ते उत्ते रेट दे उत्ते असीं रख लिया। 1,72,000 करोड़ रुपया असीं ਝੋਨਾ खरीदण लई रख लिया। वो कई सूबियां चों होऊगा। ये तो एक चंगी गल हैगी है कि पैसा जिहड़ा है वो किसानां नूं भी इस गल की थोड़ी राहत होऊगी, भरोसा होऊगी कि MSP का जिहड़ा रस्सा वलेटिया नहीं जा रहा, कुछ ना कुछ सानूं मिलूगा। पर उंज ओवरऑल जिहड़ा खेती का बजट 6% घटिया है क्योंकि उसका कारण ये हैगा कि पैसा है ही नहीं सरकार कोलों। पैसा सरकार कोलों दो ही जगह तो आउणा। एक हैगा कि ਜਿਹੜੇ ਐਸੈਟ ਵੇਚ ਕੇ ਜਿਹਨੂੰ ਮਿਨਿਸਟਰੀ ਆਫ ਡਿਸਇਨਵੈਸਟਮੈਂਟ ਕਹਿੰਦੇ ਆ, ਉਹ ਇਹਨਾਂ ਨੇ ਪੌਣੇ 2 ਲੱਖ ਦਾ ਐਸਟੀਮੇਟ, ਪੌਣੇ 2 ਲੱਖ ਕਰੋੜ ਦਾ ਐਸਟੀਮੇਟ ਲਾਇਆ ਕਿ ਸਾਨੂੰ ਅਸੀਂ ਇੰਨਾ ਕੁ ਪੈਸਾ ਇਕੱਠਾ ਕਰਾਂਗੇ। ਦੂਜਾ ਤੇਲ ਤੋਂ ਆਉਂਦਾ ਹੈ। ਤੇਲ ਦਾ ਸ਼ੁਕਰ ਕਰੋ ਇਹ ਅਨਾਉਂਸਮੈਂਟ ਇਹ ਹੋਈ ਹੈ ਕਿ ਪ੍ਰਾਈਸਿਸ ਨਹੀਂ ਵਧਣਗੀਆਂ, ਭਾਵੇਂ ਕਿ ਡਿਊਟੀ ਘੱਟ ਹੋ ਜੂਗੀ, ਸੈਸ ਵੱਧ ਜੂਗਾ, ਪਰ ਓਵਰਆਲ ਪ੍ਰਾਈਸਿਸ ਜਿਹੜੀਆਂ ਕੀਮਤਾਂ ਆ ਤੇਲ ਦੀਆਂ, ਡੀਜ਼ਲ ਦੀਆਂ, ਪੈਟਰੋਲ ਦੀਆਂ, ਉਹ ਹੋਰ ਨਹੀਂ ਵਧਣਗੀਆਂ। ਇਹ ਬੜੀ ਰਾਹਤ ਵਾਲੀ ਗੱਲ ਹੀ ਸਮਝੋ। ਇਸੇ ਤਰੀਕੇ ਨਾਲ ਹਾਂਜੀ ਇਸੇ ਤਰੀਕੇ ਨਾਲ ਗੌਰਵ ਜੀ ਜਿਹੜੇ EMPLOYEE ਸੀਗੇ ਉਹ ਥੋੜੇ ਜਿਹੇ ਜ਼ਰੂਰ ਨਿਰਾਸ਼ ਲੱਗੇ ਆ ਕਿ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਤੇ ਮੈਂ ਉਹਨਾਂ ਨੂੰ ਕਹਿੰਦਾ ਕੋਈ ਇਸ ਗੱਲ ਦੇ ਉੱਤੇ ਹੀ ਰਾਹਤ ਮਹਿਸੂਸ ਕਰਨ ਕਿ ਉਹਨਾਂ ਦੀ ਤਨਖਾਹ ਨਹੀਂ ਕੱਟੀ ਗਈ। ਉਹਦਾ ਕਾਰਨ ਇਹ ਹੈਗਾ ਕਿ ਜੋ ਹਾਲਾਤ ਹੈ, ਤੁਹਾਨੂੰ ਪਤਾ ਪਿੱਛੇ ਸਾਰਿਆਂ ਨੇ ਆਪੋ ਆਪਣੀਆਂ ਤਨਖਾਹਾਂ ਤੇ ਕੱਟ ਲਵਾਇਆ ਸੀ ਕਰੋਨਾ ਦੇ ਦੌਰਾਨ, ਤਾਂ ਕਿ ਅਸੀਂ ਕਿਸੇ ਤਰੀਕੇ ਨਾਲ ਇਸ ਵਕਤ ਨੂੰ ਪਾਰ ਕਰੀਏ। ਤੇ ਜੇ ਇਹ ਉਮੀਦ ਲਾਈ ਬੈਠੇ ਸੀ ਕਿ ਐਤਕੀ ਸਾਨੂੰ ਹੋਰ ਰਾਹਤ ਮਿਲੂਗੀ, ਉਹ ਤੇ ਮੇਰਾ ਖਿਆਲ ਹੈ ਅਸੀਂ ਅਨਐਕਸਪੈਕਟਡ ਆ। ਓਵਰਆਲ ਇਹ ਹੈਗਾ ਕਿ 6.8% GDP ਦਾ ਬਜਟ ਡੈਫੀਸਿਟ ਹੋਊਗਾ, ਜਿਹੜਾ ਕਰੰਟ ਇਸ ਵੇਲੇ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਆ ਉਹਦੇ ਵਿੱਚ 9.5% GDP ਦਾ ਬਜਟ ਡੈਫੀਸਿਟ ਸੀ, ਜਿਹੜਾ ਬਹੁਤ ਹਾਈ ਹੁੰਦਾ। 3.5% ਤੋਂ ਜ਼ਿਆਦਾ ਜੇ GDP ਦਾ ਬਜਟ ਡੈਫੀਸਿਟ ਹੋ ਜਾਏ ਤੇ ਉਹ ਕਾਫੀ ਜ਼ਿਆਦਾ ਉਹਨੂੰ ਮੰਨਿਆ ਜਾਂਦਾ। ਇਸ ਕਰਕੇ ਮੇਰਾ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਇਹ ਬਜਟ ਆਇਆ ਆ, ਇਹ ਹਾਂਜੀ ਇੰਨੇ ਵੇ ਠੀਕ ਹੈ। ਔਰ ਪਰ ਜਿਹੜਾ ਸੋਸ਼ਲ ਵੈਲਫੇਅਰ ਦੀਆਂ ਸਕੀਮ ਸੀਗੀਆਂ, ਫਾਰ ਇੰਸਟੈਂਸ ਜਿਹੜੀ ਫੂਡ ਸਬਸਿਡੀ ਸੀਗੀ, ਉਹਦਾ 35-40% ਉਸ ਦੇ ਉੱਤੇ ਕੱਟ ਲੱਗਾ। ਉਹ 4 ਲੱਖ ਕਰੋੜ ਰੁਪਏ ਦੀ ਹੁੰਦੀ ਸੀ, ਉਹ 2 ਲੱਖ ਕੁਝ ਸਮਥਿੰਗ ਕਰੋੜ ਰੁਪਈਆ ਜਿਹੜਾ ਰੱਖਿਆ ਗਿਆ। ਉਹ ਹੋ ਸਕਦਾ ਉਹ ਵੀ ਇਹੀ ਕਾਰਨ ਹੋਵੇ ਕਿ ਪੈਸਾ ਨਹੀਂ ਰੱਖਿਆ ਗਿਆ। ਮਨਰੇਗਾ ਦਾ ਪੈਸਾ ਵੀ 30-35% ਕਿਸਾਨਾਂ ਦੀ ਗੱਲ ਅਸੀਂ ਲਗਾਤਾਰ ਕਰ ਰਹੇ ਹਾਂ। ਸਵੇਰੇ ਤੁਸੀਂ ਨਾਲ ਸੀਗੇ, ਉਸ ਸਮੇਂ ਵੀ ਆਪਾਂ ਕਿਸਾਨਾਂ ਦਾ ਜ਼ਿਕਰ ਕਰ ਰਹੇ ਸੀ। ਇਸ ਵਿਚਾਲੇ ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਤੇ ਸਾਡੇ ਨਾਲ ਗੁਰਜੀਤ ਔਜਲਾ ਜੀ ਵੀ ਜੁੜ ਰਹੇ ਨੇ, ਕਾਂਗਰਸ ਦੇ MP ਨੇ। ਔਜਲਾ ਸਾਹਿਬ ਸਵਾਗਤ ਹੈ, ਬੂਟਾ ਜੀ ਤੁਹਾਡਾ ਵੀ ਸਵਾਗਤ ਹੈ। ਬੂਟਾ ਜੀ ਤੁਹਾਡਾ ਇੱਕ ਰਿਐਕਸ਼ਨ ਚਾਹਾਂਗਾ ਪਹਿਲਾਂ ਕਿ ਕਿਸਾਨਾਂ ਨੂੰ ਜੋ ਉਮੀਦ ਸੀ ਉਸ ਦੇ ਨੇੜੇ ਨਜ਼ਰ ਆਇਆ ਬਜਟ? ਠੀਕ ਹੈ, ਸਾਡੇ ਮਹਿਮਾਨ ਸਾਡੇ ਨਾਲ ਬਣੇ ਹੋਏ ਨੇ। ਮੈਂ ਇਸ ਵਿਚਾਲੇ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਕੁਝ ਹੀ ਪਲਾਂ ਦੇ ਵਿੱਚ ਨਿਰਮਲਾ ਸੀਤਾਰਮਨ ਦੇਸ਼ ਦੇ ਖਜ਼ਾਨਾ ਮੰਤਰੀ ਬਜਟ ਤੋਂ ਬਾਅਦ ਲਾਈਵ ਹੋਣਗੇ ਨਿਊਜ਼ 18 ਦੇ ਉੱਤੇ, ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਉੱਤੇ ਕੁਝ ਹੀ ਪਲਾਂ ਦੇ ਵਿੱਚ। ਤੇ ਇਸ ਵਿਚਾਲੇ ਅਸੀਂ ਗੱਲਬਾਤ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਆਮ ਖੇਤਰ ਕਿਵੇਂ ਸੋਚ ਰਹੇ ਨੇ, ਵੱਖ-ਵੱਖ ਖੇਤਰ ਕਿਵੇਂ ਸੋਚ ਰਹੇ ਨੇ ਇਸ ਬਜਟ ਨੂੰ ਲੈ ਕੇ। ਬੂਟਾ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਬੂਟਾ ਸਿੰਘ ਜੀ ਕਰ ਲਾ ਆਵਾਜ਼ ਮਾਰੀ ਜੀ। ਬੂਟਾ ਜੀ ਆਵਾਜ਼ ਆ ਰਹੀ ਹੈ ਮੇਰੀ? ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਬਜਟ ਦਾ ਜ਼ਿਕਰ ਕਰ ਰਹੇ ਹਾਂ ਤੇ ਬਜਟ ਦੇ ਵਿਚਾਲੇ ਕੀ ਵਾਕਈ ਕਿਸਾਨਾਂ ਦੇ ਕੇਂਦਰੀ ਤੇ ਬਜਟ ਹੈ? ਇਹ ਸਾਡਾ ਅੱਜ ਦਾ ਸਵਾਲ ਵੀ ਹੈ। ਤੁਸੀਂ ਆਪਣੀ ਰਾਏ ਭੇਜੋ ਤੇ ਇਸ ਵਿਚਾਲੇ ਸਾਡੇ ਮਹਿਮਾਨ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੀ ਨੇ, ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ, ਨਾਲ ਰਮਨ ਮਲਿਕ ਜੀ ਨੇ ਜੋ ਕਿ BJP ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਬੂਟਾ ਜੀ ਜੇਕਰ ਆਵਾਜ਼ ਮੇਰੀ ਪਹੁੰਚ ਰਹੀ ਹੈ ਤੁਹਾਡੇ ਤੱਕ ਤਾਂ ਬਜਟ ਨੂੰ ਲੈ ਕੇ ਤੁਹਾਡਾ ਫਸਟ ਰਿਐਕਸ਼ਨ ਚਾਹਾਂਗੇ। ਕਿਸਾਨ ਜਥੇਬੰਦੀਆਂ ਜੋ ਸੋਚ ਰਹੀਆਂ ਸੀ ਜਾਂ ਜੋ ਉਮੀਦ ਸੀ ਕਿਸਾਨਾਂ ਨੂੰ ਕਿ ਉਸ ਦੇ ਨੇੜੇ ਲੱਗਦਾ ਬਜਟ ਨਜ਼ਰ ਆਇਆ? ਦੇਖੋ ਗੌਰਵ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪੂਰਾ ਬਜਟ ਸਾਥੋਂ ਦੇਖਿਆ ਨਹੀਂ ਗਿਆ ਕਿਉਂਕਿ ਨੈਟ ਬੰਦ ਕੀਤਾ ਹੋਇਆ ਇੱਥੇ ਦਿੱਲੀ ਦੇ ਵਿੱਚ ਇਹਨਾਂ ਦਾ। ਪਰ ਫਿਰ ਵੀ ਜਿੰਨਾ ਕਿ ਦੇਖਣ ਨੂੰ ਸੁਣਿਆ, ਕੋਈ ਬਜਟਾਂ ਦੇ ਨਾਲੋਂ ਇਹਦਾ ਬਖਰੇਵਾ ਨਹੀਂ ਹੈ। ਜਿਹੜੀ ਜਿਵੇਂ ਪਹਿਲਾਂ ਬਜਟ ਪੇਸ਼ ਹੁੰਦੇ ਆ ਨਾ, ਉਸ ਢੰਗ ਦੇ ਨਾਲ ਇੱਕ ਸਲਾਵਾ ਹੈ। ਦੇਖੋ ਇਹਦੇ ਚ ਕਿਹਾ ਗਿਆ ਹੈ ਕਿ 2022 ਤੱਕ ਆਮਦਨ ਦੁੱਗਣੀ ਕਰ ਦਿਆਂਗੇ। ਜਦ ਤੱਕ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਕ 50% ਮੁਨਾਫਾ ਜੋੜ ਕੇ ਜਿੰਸਾਂ ਦਾ ਭਾਅ ਨਹੀਂ ਦਿੱਤਾ ਜਾਂਦਾ ਤਾਂ ਕਿਵੇਂ ਆਮਦਨ ਦੁੱਗਣੀ ਹੋਊਗੀ? ਕੀ ਨੋਟ ਪਾ ਦੇਣਗੇ ਖਾਤਿਆਂ ਦੇ ਵਿੱਚ ਇਹ, ਜਾਂ ਸੱਤ ਪਾੜ ਕੇ ਛੱਡ ਦੇਣਗੇ ਕਿ ਆਮਦਨ ਦੁੱਗਣੀ ਹੋਗੀ? ਕੋਈ ਨੀਤੀ ਹੁੰਦੀ ਹੈ, ਕੋਈ ਪਾਲਿਸੀ ਹੁੰਦੀ ਹੈ, ਉਹਦੇ ਤਹਿਤ ਮਤਲਬ ਆਮਦਨ ਵਧਣੀ ਹੁੰਦੀ ਹੈ। ਇਹ ਖੇਤੀ ਹੈ, ਦੇਖੋ ਖੇਤੀ ਤਾਂ ਜਿੰਸਾਂ ਦੇ ਨਾਲ ਜੁੜੀ ਹੋਈ ਹੈ। ਅਗਰ ਜਿੰਸਾਂ ਦਾ ਭਾਅ ਪੂਰਾ ਨਹੀਂ ਮਿਲਦਾ, ਮੈਂ ਤਾਂ ਕਹਿੰਦਾ ਜਿਹੜਾ ਇਹਨਾਂ ਨੇ ਕਿਹਾ ਕਿ ਲਾਗਤ ਕੀਮਤ ਨਾਲੋਂ 1.5 ਗੁਣਾ ਮਤਲਬ ਉਹਨਾਂ ਨੂੰ ਭਾਅ ਮਿਲੂਗਾ, ਇਹ ਛਲਾਵੇ ਤੋਂ ਬਿਨਾਂ ਹੋਰ ਕੱਖ ਨਹੀਂ ਹੈ। ਇਹ ਇਹਨਾਂ ਦਾ ਫਾਰਮੂਲੇ ਦਾ ਨਹੀਂ ਸਾਨੂੰ ਅਜੇ ਤੱਕ ਇਹ ਦੱਸ ਸਕੇ ਕਿ ਲਾਗਤ ਨਾਲੋਂ 1.5 ਗੁਣਾ ਕਿਵੇਂ ਦੇ ਰਹੇ ਆ। ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ਾਂ ਮੁਤਾਬਕ ਅੱਜ ਕਣਕ ਦਾ ਭਾਅ ਜਾਂ ਝੋਨੇ ਦਾ ਭਾਅ 3000 ਰੁਪਇਆ ਕੁਇੰਟਲ ਹੋਣਾ ਚਾਹੀਦਾ ਤੇ ਮਿਲ ਰਿਹਾ 1800 ਰੁਪਇਆ। ਇਹ 1800 ਰੁਪਏ ਨੂੰ ਵੀ 1.5 ਗੁਣਾ ਕਹਿ ਰਿਹਾ ਹੈ। ਇਹ ਕਿਹੜਾ ਫਾਰਮੂਲਾ ਇਹਨਾਂ ਕੋਲੇ? ਜਦੋਂ ਫਸਲਾਂ ਦਾ ਭਾਅ ਤੈਅ ਹੁੰਦਾ ਹੈ, ਕਈ ਵਾਰ ਸਾਡੇ ਜਿਹੜਾ ਲਾਗਤ ਤੇ ਕੀਮਤ ਕਮਿਸ਼ਨ ਆ ਉਹਦੇ ਨਾਲ ਬਹਿਸ ਵੀ ਹੋਈ ਹੈ। ਮੈਂ ਤੁਹਾਨੂੰ 2-3 ਪੁਆਇੰਟ ਪੁੱਛਦਾ। ਦਰਅਸਲ ਜਿਹੜੀਆਂ ਤੁਸੀਂ ਕਾਨੂੰਨਾਂ ਦੇ ਵਿਚਾਲੇ ਸਭ ਤੋਂ ਵੱਧ ਦੋ ਚੀਜ਼ਾਂ ਦਾ ਅਹਿਮ ਜੀ ਮੈਂ ਸਵਾਲ ਕਰ ਰਿਹਾ ਹਾਂ। ਆਮ ਐਵਰੇਜ ਉਹਦੀ 45000 ਰੁਪਇਆ ਕਿੱਲਾ ਪੈਂਦੀ ਹੈ ਤੇ ਜੀ ਬੂਟਾ ਜੀ ਆਵਾਜ਼ ਆ ਰਹੀ ਹੈ ਮੇਰੀ? ਤੁਹਾਡਾ ਲਾਗਤ ਤੈਅ ਕਰਦਾ ਤੇ ਉਹਦੇ ਚ 15000 ਰੁਪਇਆ ਪਾਈ ਜਾਂਦੀ ਹੈ। ਇਹ ਕਿਵੇਂ ਮਤਲਬ ਆਮਦਨ ਦੁੱਗਣੀ ਹੋਊਗੀ? ਸਮਝਾਵੇ ਤਾਂ ਸਹੀ ਸਾਨੂੰ ਕੋਈ। ਇਹ ਕੱਲੀਆਂ ਗੱਲਾਂ ਨਾਲ ਨਹੀਂ। ਠੀਕ ਹੈ, ਆਪਾਂ ਗੱਲ ਕਰਦੇ ਹਾਂ। ਬੂਟਾ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਲੱਗ ਰਿਹਾ ਹੁਣ ਤੱਕ ਆਵਾਜ਼ ਵੀ ਨਹੀਂ ਪਹੁੰਚ ਰਹੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਆਵਾਜ਼ ਪਹੁੰਚੇ, ਉਹ ਵੀ ਜਾਣ ਸਕਣ ਕਿ ਕੀ ਕੁਝ ਸਵਾਲ ਨੇ ਤੇ ਦੂਜੇ ਪਾਸੇ BJP ਦੇ ਆਗੂ ਕੀ ਕਹਿੰਦੇ ਨੇ।
ਰਮਨ ਮਲਿਕ ਜੀ ਦਾ ਮੈਂ ਰੁਕ ਕਰਦਾ। ਮਲਿਕ ਜੀ ਸਮਝਾਓ ਕਿਸਾਨਾਂ ਨੂੰ, ਬਜਟ ਦਾ ਜ਼ਿਕਰ ਹੋ ਗਿਆ ਹੈ 1.5 ਗੁਣਾ ਲਾਗਤ ਤੋਂ, ਉਹ ਕਹਿ ਰਹੇ ਨੇ ਕਿ ਸਾਨੂੰ ਤਾਂ ਫਾਰਮੂਲਾ ਹੀ ਸਮਝ ਨਹੀਂ ਆਉਂਦਾ, ਕਿਵੇਂ 2022 ਤੱਕ ਤੁਸੀਂ ਸਾਨੂੰ ਡਬਲ ਇਨਕਮ ਕਰਕੇ ਦੇ ਦੋਗੇ? 2022 ਚ ਜ਼ਿਆਦਾ ਸਮਾਂ ਤਾਂ ਹੈ ਨਹੀਂ। देखो जमीन उन्नी है जिन्नी पहले सीगी 2013 च, उपज अंदाजन लगभग कोई 19 है जिन्नी 2013 ਦੇ ਵਿੱਚ ਸੀਗੀ जी। ਉਹ ਜ਼ਮੀਨ ਤੇ ਵੱਧ ਨਹੀਂ ਗਈ ਨਾ, ਹਿੰਦੁਸਤਾਨ ਦੀ ਜ਼ਮੀਨ ਤੇ 19 ਰਹੇਗੀ। ਤੇ ਅਗਰ ਜੇ 2013 ਦੇ ਵਿੱਚ ਲਗਭਗ 33,000 ਜਾਂ 34,000 ਕਰੋੜ ਦੀ ਕਣਕ ਖਰੀਦੀ ਜਾਂਦੀ ਸੀ ਤੇ ਅੱਜ 75,000 ਦੀ ਖਰੀਦੀ ਜਾਂਦੀ ਹੈ, ਤੇ ਉਹ ਕਿੱਥੇ ਆਈ? ਮਤਲਬ ਉਹ ਕੋਈ ਸੁਰਖਾਬ ਦੇ ਉਹਦੇ ਪਰ ਲੱਗ ਗਏ ਜਾਂ ਵੱਖਰੀ ਬਣ ਗਈ ਕਣਕ, ਇੱਕ ਖੇਤ ਤੇ ਦੋ ਲੈਵਲ 'ਚ ਲੱਗਣ ਲੱਗ ਗਈ। ਇਹ ਐਮਐਸਪੀ ਵਧਣ ਦੇ ਨਾਲ, ਇਹ ਪਰਚੇਜ਼ ਵਧਣ ਦੇ ਨਾਲ ਹੀ ਕੰਮ ਹੋਇਆ ਨਾ ਜੀ। ਜਿਵੇਂ ਕਣਕ ਦੇ ਬਾਅਦ ਅਸੀਂ ਜੀਰੀ ਦੀ ਗੱਲ ਕਰੀਏ ਤੇ ਉਹ 34,000 ਕਰੋੜ ਦੀ ਖਰੀਦੀ ਗਈ ਸੀ 2013-14 ਦੇ ਵਿੱਚ ਜੀ। ਹੁਣ 2020-21 ਦੇ ਵਿੱਚ 1,72,000 ਕਰੋੜ ਤੋਂ ਉੱਤੇ 1,73,000 ਕਰੋੜ ਦੇ ਨੇੜੇ ਪਾਸੇ ਖਰੀਦੀ ਗਈ। ਤੇ ਉਹੀ लॉजिक मैं पूछता, कोई 2 टायर ਦੇ ਵਿੱਚ फर्स्ट फ्लोर और सेकंड फ्लोर पे एग्रीकल्चर तो नहीं हो रहा, वो तो वो उसी जमीन पर है। उल्टे जो इंडस्ट्री, रोड, जो कॉलोनियां करती हैं, जमीन कम ही होती है, बढ़ती तो है नहीं। ठीक है, तो बात एक तो ये जी। दूसरी चीज जो सबसे बड़ी बात की 16,500 करोड़ रुपए, जैसे आप भी बता रहे थे, एग्रीकल्चर लोन के लिए रखा जी। दूसरी चीज स्वामित्व स्कीम जो थी वो भी चालू करी। अब आप आ जाओ, जो पहले 3 खेतियां होती थी, आलू, प्याज और टमाटर की, उसके अलावा 22 खेतियों को हमने आगे एक्सपोर्ट के लिए भी और वो भावांतर के लिए भी लाए। मलिक जी एक दो पॉइंट करके वो सारे इकट्ठे आएंगे तो मैं जवाब नहीं ले पाऊंगा, मैं जवाब नहीं ले पाऊंगा। एक छोटा सा, चलिए कंप्लीट कर दूंगा जी जी। एक बहुत बड़ी शंका इस कानून के साथ ये लगाई जा रही थी कि मंडियां खत्म हो जाएंगी जी। यही बात तो बोली जा रही थी ना। मैं आज ये पूछता हूं कि इस बजट में जहां ये कहा गया कि मंडियों को फाइनेंस करने के लिए उसको दूसरे मैकेनिज्म के अंदर लेके मंडियों को, एपीएमसी मंडियों को फाइनेंस करना शुरू कर देगी केंद्र सरकार, उसके लिए मैकेनिज्म तैयार कर दिया, तो ये क्या दिखाता है कि मंडियां बंद होंगी? ठीक है, चलो अपन रिएक्शन ले लिया सर, मैं एक करके रिएक्शन लेना, ਤੁਸੀਂ ਸਾਡੇ ਨਾਲ ਬਣੇ ਰਹੋ। ਮੈਂ ਇਹ ਸਵਾਲ ਸਾਰੇ ਕਰਨੇ ਨੇ। ਬੂਟਾ ਜੀ ਸਾਡੇ ਨਾਲ ਨੇ। ਬੂਟਾ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਐਮਐਸਪੀ ਵਾਲੇ ਇਸ਼ੂ ਦੇ ਉੱਤੇ ਆਵਾਂ। ਬੀਜੇਪੀ ਦਾਅਵਾ ਕਰ ਰਹੀ ਹੈ ਕਿ ਐਮਐਸਪੀ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਖਦਸ਼ੇ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨ ਜਤਾ ਰਹੇ ਨੇ, ਪਰ ਐਮਐਸਪੀ ਨੂੰ ਲੈ ਕੇ ਬਜਟ 'ਚ ਜ਼ਿਕਰ ਸੀ 75,000 ਕਰੋੜ ਦਾ ਕਣਕ ਲਈ, 1,72,73,000 ਕਰੋੜ ਦਾ ਝੋਨੇ ਦੇ ਲਈ। ਉਹ ਕਹਿ ਰਹੇ ਨੇ ਕਿ ਦੇਖੋ ਅਸੀਂ ਤਾਂ ਇੰਨਾ ਪੈਸਾ ਦੇ ਰਹੇ ਹਾਂ ਕਿ ਤੁਸੀਂ ਐਮਐਸਪੀ ਨੂੰ ਲੈ ਕੇ ਚਿੰਤਾ ਜਿਹੜੀ ਕਰ ਰਹੇ ਹੋ ਕਰਨ ਦੀ ਜ਼ਰੂਰਤ ਨਹੀਂ ਹੈ। 2013 ਤੋਂ ਲੈ ਕੇ 2020 ਤੱਕ ਬਹੁਤ ਪੈਸਾ ਅਸੀਂ ਦਿੱਤਾ ਹੈ ਐਮਐਸਪੀ ਤੇ ਕਣਕ ਜਾਂ ਝੋਨਾ ਖਰੀਦਣ ਦੇ ਲਈ। ਹੋਰ ਵੀ ਵੱਧ ਕੇ ਦੇਣਗੇ ਜੀ ਅੱਗੇ ਵੀ। ਬੂਟਾ ਜੀ, ਗੌਰਵ ਜੀ ਮੈਨੂੰ ਇੱਕ ਗੱਲ ਦੱਸੋ, ਜਾਂ ਇਹ ਭਾਰਤੀ ਜਨਤਾ ਪਾਰਟੀ ਵਾਲੇ ਦੱਸਣ ਕਿ ਅਸੀਂ ਤਾਂ ਇਸ ਸਿਸਟਮ ਨੂੰ ਠੀਕ ਸਮਝਦੇ ਹਾਂ ਕਿ ਜਿਵੇਂ ਸਿਸਟਮ ਚੱਲੀ ਜਾਂਦਾ ਮੰਡੀਆਂ ਦਾ, ਇਹ ਚੱਲੀ ਜਾਵੇ। ਇਹਨਾਂ ਨੂੰ ਕਾਨੂੰਨ ਬਣਾਉਣ ਦੀ ਕੀ ਲੋੜ ਪੈ ਗਈ ਕਿ ਦੂਰੀਆਂ ਮੰਡੀਆਂ ਦਾ ਕਾਨੂੰਨ ਬਣਾਉਣਾ? ਅਸੀਂ ਇਹਨੂੰ ਠੀਕ ਮੰਨ ਰਹੇ ਹਾਂ ਜੋ ਕੁਛ ਇਹ ਕਹਿ ਰਹੇ ਆ। ਅਸੀਂ ਕਹਿੰਦੇ ਕਿ ਐਵੇਂ ਹੀ ਚੱਲਦਾ ਰਹਿਣਾ ਚਾਹੀਦਾ। ਇਹ ਕਾਨੂੰਨ ਕਾਹਦੇ ਲਈ ਬਣਾ ਰਹੇ ਇਹ ਸਮਝਾਉਣ ਨਾ ਸਾਨੂੰ। ਕਿਸਾਨ ਤਾਂ ਮੰਗ ਹੀ ਨਹੀਂ ਕਰ ਰਹੇ ਹੋਰ ਕੋਈ। ਅਸੀਂ ਮੰਗ ਕਰਦੇ ਹਾਂ ਕਿ ਫਸਲਾਂ ਦਾ ਜਿਹੜਾ ਰੇਟ ਹੈ ਉਹ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਕ ਹੋਵੇ, ਤੇ ਜੇ ਇਹਨਾਂ ਨੇ ਐਮਐਸਪੀ ਦੇਈ ਜਾਣੀ ਹੈ ਤੇ ਲੀਗਲ ਬਣਾਉਣ ਦਾ ਭਲਾ ਇਹਨਾਂ ਨੂੰ ਕੀ ਡਰ ਹੈ? ਕਿਉਂ ਨਹੀਂ ਬਣਾਉਂਦੇ ਕਾਨੂੰਨੀ? ਇਹਦਾ ਕਾਨੂੰਨ ਇਹਦਾ ਠੀਕ ਹੈ, ਨਹੀਂ ਵੈਲਿਡ ਪੁਆਇੰਟ ਹੈ, ਵੈਲਿਡ ਪੁਆਇੰਟ ਹੈ। ਖਤਰਾ ਕਰਦੇ ਇਹਨਾਂ ਨੂੰ। ਜੀ 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 ਰਮਨ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਝੋਨੇ ਜਾਂ ਕਣਕ ਦੇ ਉੱਤੇ, ਤਾਂ ਕਹਿ ਰਹੇ ਕਿ ਠੀਕ ਹੈ ਅਸੀਂ ਹੈਪੀ ਹਾਂ, ਸਾਨੂੰ ਨਹੀਂ ਚਾਹੀਦਾ ਨਵਾਂ ਕਾਨੂੰਨ। ਇੱਕ ਮਿੰਟ ਜੀ ਜੀ। ਬੂਟਾ ਸਿੰਘ ਜੀ ਨੂੰ ਮੈਂ 2-3 ਚੀਜ਼ਾਂ ਦੱਸ ਦਿਆਂ ਕਿ ਪਹਿਲੀ ਚੀਜ਼, ਉਹਨਾਂ ਨੂੰ ਪਤਾ ਨਹੀਂ ਪਤਾ ਹੋ ਜਾਂ ਨਾ ਹੋ, ਸਵਾਮੀਨਾਥਨ ਆਯੋਗ ਦੀ ਕਮਿਸ਼ਨ ਦੀ ਰਿਪੋਰਟ ਮੈਂ ਪੜ੍ਹੀ ਹੈ ਔਰ ਮੈਂ ਪੂਰਾ ਸਾਲ ਲਾਇਆ ਉਹਦੇ ਉੱਤੇ, ਕਿਉਂਕਿ 9,000 ਪੇਜ ਦੀ ਰਿਪੋਰਟ ਹੈਗੀ। ਉਹ 9,000 ਪੇਜਾਂ ਦੀ ਰਿਪੋर्ट है, ਤੇ ਉਹਦੇ ਵਿੱਚ 99.99% एक C2 वाले को छोड़ के बाकी सब कुछ ऑलमोस्ट इंप्लीमेंट हो चुका हुआ है। ये एक फैक्ट है, स्वामीनाथन जी खुद बोल चुके। नंबर 1। नंबर 2, जो बात आप बोल रहे हो हमारे को यही ठीक है, आप क्यों ला रहे हो? भाई कानून लाना ना लाना ये सरकार का दायित्व है, या आपका दायित्व नहीं है। आपको अगर ये कानून नहीं ठीक लगता है आप इसमें मत ट्रेड करो,
ये तो ट्रेडिंग के कानून है, कोई एपीएमसी एक्ट नहीं है। ये एपीएमसी एक्ट बिल्कुल अलग है, उसकी बात हम कर ही नहीं रहे हैं। एपीएमसी एक्ट को कोई नहीं छेड़ रहा। हमने तो सिंपल ये बोला कि जो लोग करारबद्ध खेती करते हैं उनके लिए, जो कॉन्ट्रैक्ट फार्मिंग करने लगेंगे उनके लिए। आप मत करो जी, किसी आपने हाथ फाड़ करके थोड़ी करानी है जी। ठीक है, मैं जवाब ले ला बूटा जी। और एक बीजेपी मंडी की बात है वो भी इनसे पूछो जी। इनसे एक चीज ये भी पूछो कि अगर हमने आज फाइनेंस एक कमीशन सा बना के मंडियों को हम फाइनेंस देने के लिए भी तैयार हो रहे हैं केंद्र सरकार, तो वो क्यों करें अगर हमने मंडियां बंद करानी होंगी? ठीक है बूटा जी, देखो मंडियां ਤੇ ਐਮਐਸਪੀ ਨੂੰ ਲੈ ਕੇ ਸਭ ਤੋਂ ਵੱਧ ਰੇਟ ਕਿਆ ਤੇ ਉਹ ਕਹਿ ਰਹੇ ਨੇ ਏਪੀਐਮਸੀ ਨੂੰ ਜਿਹੜੀਆਂ ਮੰਡੀਆਂ ਹੈਗੀਆਂ ਉਹਨਾਂ ਨੂੰ ਤਾਂ ਅਸੀਂ ਫੰਡ ਦੇ ਰਹੇ ਹਾਂ, ਬਜਟ ਦੇ ਵਿੱਚ ਉਸ ਦੀਆਂ ਤਜਵੀਜ਼ਾਂ ਨੇ। ਉਹ ਕਹਿ ਰਹੇ ਨੇ ਕਿ ਬਜਟ ਦਿਖਾ ਰਿਹਾ ਹੈ ਕਿ ਏਪੀਐਮਸੀ ਖਤਮ ਨਹੀਂ ਅਸੀਂ ਕਰ ਰਹੇ, ਮੰਡੀਆਂ ਅਸੀਂ ਖਤਮ ਨਹੀਂ ਕਰ ਰਹੇ ਸਿਸਟਮ। ਤੇ ਦੂਜਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਮੌਜੂਦਾ ਮੰਡੀ 'ਚ ਜਾਓ ਜਾਂ ਨਵੀਂ ਮੰਡੀ 'ਚ ਜਾਓ। ਦੇਖੋ ਜਿਹੜੀ ਸਰਕਾਰੀ ਮੰਡੀ ਹੈ ਉਹ ਬਿਨਾ ਉਹਦੇ ਵਿੱਚ ਟੈਕਸ ਲੱਗੂਗਾ 155 ਰੁਪਏ ਕਣਕ ਤੇ ਲੱਗ ਜਾਂਦੇ ਆ ਤੇ 160-65 ਰੁਪਏ ਝੋਨੇ ਤੇ ਲੱਗ ਜਾਂਦੇ ਆ। ਜਿਹੜੀ ਖੁੱਲੀ ਮੰਡੀ ਹੋਊਗੀ ਉਹ ਬਿਨਾ ਟੈਕਸ ਤੋਂ ਹੋਊਗੀ। ਭਲਾ ਇਹ ਕਿਵੇਂ ਮਤਲਬ ਦਾ ਮੁਕਾਬਲਾ ਹੋਊਗਾ ਇਹ ਦੱਸਣਗਾ ਇਸ ਗੱਲ ਦਾ। ਦੂਰੀ ਮੰਡੀ ਦੀ ਲੋੜ ਕੀ ਹੈ? ਹੁਣ ਵੀ ਚੱਲਦਾ ਜੇ ਕਿਸੇ ਨੇ ਪ੍ਰਾਈਵੇਟ ਖਰੀਦ ਕਰਨੀ ਹੈ ਤਾਂ ਸਰਕਾਰੀ ਮੰਡੀਆਂ ਵਿੱਚ ਆ ਕੇ ਕਿਉਂ ਨਹੀਂ ਕੀਤੀ ਜਾ ਸਕਦੀ? ਕਰ ਰਹੇ ਹੋ ਹੋਰ ਮੰਡੀਆਂ ਦੀ ਕੀ ਲੋੜ ਹੈ? ਇਹ ਸਿਰਫ ਅਡਾਨੀ ਅੰਬਾਨੀ ਜਿਹੜੇ ਕਾਰਪੋਰੇਟ ਘਰਾਣੇ ਆ ਸਾਰੀ ਖੇਤੀ ਉਹਨਾਂ ਨੂੰ ਸੌਂਪਣ ਜਾ ਰਹੇ ਆ, ਸੌਂਪਣ ਜਾ ਰਹੇ ਆ। ਬੂਟਾ ਸਿੰਘ ਜੀ ਦੂਜੇ ਪਾਸੇ ਇੱਕ ਹੋਰ ਦਾਅਵਾ ਉਹਨਾਂ ਨੇ ਦਿੱਤਾ ਕਿ 1000 ਮੰਡੀ ਹੋਰ ਵਧਾ ਦੇਣਗੇ। ਬੂਟਾ ਸਿੰਘ ਜੀ ਹੱਥ ਜੋੜ ਕੇ ਬੇਨਤੀ ਹੈ, ਭਾਰਤ ਦੇ ਕਿੰਨੇ ਪਿੰਡ ਨੇ? 12,500 ਤਾਂ ਪਿੰਡ ਦਾ ਬੂਟਾ ਸਿੰਘ ਜੀ ਹੱਥ ਜੋੜ ਕੇ ਬੇਨਤੀ ਕਰ ਰਹੇ 1000 ਕਿੱਲੇ ਪੰਜਾਬ 'ਚ ਵੀ ਵਧਾ ਦਿਓ, ਇਹਦੇ ਨਾਲ ਕੀ ਫਰਕ ਪਊਗਾ? ਨਾ ਬੋਲੋ ਬੂਟਾ ਸਿੰਘ ਜੀ, ਜੀ बूटा सिंह जी झूठ ना बोलो। बीजेपी वाले बोलते हैं कितने प्रॉब्लम है ਤੁਹਾਨੂੰ? ਕਿਹੜੀ ਰਮਨ ਜੀ ਪ੍ਰੋਬਲਮ ਕਿਹੜੀ ਗੱਲ ਤੋਂ ਹੈ? ਬੂਟਾ ਜੀ ਜੋ ਜ਼ਿਕਰ ਕਰ ਰਹੇ ਨੇ ਕਿਸੋਂ ਪ੍ਰੋਬਲਮ ਹੈ ਤੁਹਾਨੂੰ? ਸਾਰੇ ਭਾਰਤ ਦੇ ਲੋਕ ਜੀ ਬਾਰਡਰ ਤੇ ਬੈਠੇ ਅੱਜ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। प्रधानमंत्री तक लेकर कृषि मंत्री और प्रधानमंत्री दोनों ये बोल चुके हैं, जो सिफारिशें जो हम एक बारी ये कह चुके हैं कि हम डेफरमेंट भी और चीजें प्राइवेट मंडी के ऊपर टैक्स लगाना है या वो है, हम उन सब चीजों के लिए जिन जिन के लिए हामी भर चुके हैं उन पे कंटिन्यू रहेंगे। तो ये बोलना कि जी हमारे को वहां तो टैक्स लगेगा और वहां नहीं लगेगा और ये होगा, ये झूठ ना फैलाएं बूटा सिंह जी। देखिए सरकार बहुत क्लियरली बोल चुकी है कि नहीं बोलते जी, सरकार ने मान मैं नहीं झूठ बोलता, छोटा कानून कहता है जो सरकार एक में मैं नहीं बोलता जेड़ा छोटा कानून है वो कहता है ਉਹਦੇ ਵਿੱਚ ਦੋ ਮੰਡੀਆਂ ਦੀ ਵਿਵਸਥਾ ਕੀਤੀ ਹੋਈ ਹੈ जी। सर ऐसे तो पंजाब का एपीएमसी एक्ट भी कहता है, बोलता ਤੁਹਾਡਾ ਕਾਨੂੰਨ ਬੋਲ ਰਿਹਾ ਹੈ, ਤੁਹਾਡਾ ਕਾਨੂੰਨ ਕਹਿ ਰਿਹਾ ਹੈ ਕਿ ਦੋ ਮੰਡੀਆਂ ਹੋਣਗੀਆਂ। पॉइंट नंबर नहीं टैक्स होगा खुली जी। रमन जी थोड़ा होल्ड करो, एक बार ਆਪਾਂ ਬੂਟਾ ਜੀ ਨੂੰ ਸੁਣ ਲਈ, ਉਹਨਾਂ ਦੀ ਕੰਪਲੀਟ ਕਰ ਲਈ ਗੱਲ। ਬੂਟਾ ਜੀ ਮੈਂ ਇਹ ਗੱਲ ਕਹਿ ਰਿਹਾ ਕਿ ਝੂਠ ਮੈਂ ਨਹੀਂ ਬੋਲਦਾ, ਝੂਠ ਤਾਂ ਇਹਨਾਂ ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਦੋ ਮੰਡੀਆਂ ਹੋਣਗੀਆਂ। ਜਿਹੜੀ ਸਰਕਾਰੀ ਮੰਡੀ ਆ ਉਹਦੇ ਵਿੱਚ ਟੈਕਸ ਹੋਊਗਾ, ਜਿਹੜੀ ਖੁੱਲੀ ਮੰਡੀ ਆ ਉਹਦੇ ਵਿੱਚ ਟੈਕਸ ਨਹੀਂ ਹੋਊਗਾ। ਇਹਦੇ ਵਿੱਚ ਝੂਠ ਕੀ ਹੈ? ਠੀਕ ਹੈ ਬੂਟਾ ਜੀ, ਆਖਰੀ ਰਿਐਕਸ਼ਨ ਬਜਟ ਨੂੰ ਲੈ ਕੇ ਦੇ ਦਿਓ, ਕਿਉਂਕਿ ਆਪਾਂ ਕਾਨੂੰਨ ਦੇ ਉੱਤੇ ਪਹਿਲਾਂ ਵੀ ਬੜੀ ਚਰਚਾ ਕਰ ਚੁੱਕੇ ਹਾਂ। ਬਜਟ ਤੁਹਾਨੂੰ ਲੱਗਦਾ ਕਿ ਜਿਵੇਂ ਦੀ ਥੋੜੀ ਬਹੁਤ ਉਮੀਦ ਸੀ ਉਸ ਤਰੀਕੇ ਨਾਲ ਉਸ ਪਟੜੀ ਦੇ ਉੱਤੇ ਦੌੜਦਾ ਨਜ਼ਰ ਆਇਆ ਬਜਟ ਕਿਸਾਨਾਂ ਦੇ ਲਈ? ਦੇਖੋ ਗੌਰਵ ਜੀ, ਕਿਸਾਨ ਕੁਝ ਹੋਰ ਮੰਗਦੇ ਆ, ਇਹ ਦਿੰਦੇ ਕੁਝ ਹੋਰ ਆ। ਅਸੀਂ ਤਾਂ ਮੰਗ ਕਰਦੇ ਆ ਕਿ ਜਿਵੇਂ ਰੇਲਵੇ ਦਾ ਬਜਟ ਹੁੰਦਾ ਨਾ, ਖੇਤੀ ਖੇਤਰ ਦਾ ਵੱਖਰਾ ਬਜਟ ਹੋਣਾ ਚਾਹੀਦਾ। ਉਹਦੇ ਲਈ ਕਿੰਨਾ ਫੰਡ ਇਹਨਾਂ ਨੇ ਰੱਖਿਆ ਹੈ, ਫੇਰ ਜਾ ਕੇ ਉਹਦੇ ਚ ਕੁਝ ਬਣ ਸਕਦਾ ਉਹਦਾ ਮੂੰਹ ਮੱਥਾ। ਇਸ ਢੰਗ ਨਾਲ ਜਿਹੜਾ ਸਲਾਵਾ ਦਿੱਤਾ ਜਾ ਰਿਹਾ ਨਾ, ਇਹਨੂੰ ਅਸੀਂ ਠੀਕ ਨਹੀਂ ਮੰਨਦੇ। ਹਾਂ ਸਾਲ ਇੱਕ ਰਹਿ ਗਿਆ, ਫਸਲਾਂ ਦੋ ਰਹਿ ਗਈਆਂ, ਕਿਵੇਂ ਦੁੱਗਣੀ ਕਰਨਗੇ? ਮੈਨੂੰ ਸਮਝਾਓ ਤਾਂ ਸਹੀ ਇਹ। ठीक है 20 सेकंड्स हैं सर, मेरे पास समय खत्म हो चला है। रमन जी एक फाइनल कमेंट आपका, जो आप दे रहे हैं वो चाहते नहीं, जो चाहते हैं वो देते नहीं। सर ऐसा है, जो ये चाह रहे हैं वो हम दे चुके हैं, जो इनको नहीं चाहिए लेकिन दूसरों को चाहिए वो भी हमको देना है, वो हम ही को देना है, वो इनको नहीं देना है। ये अपनी जेब से उस आदमी को नहीं देंगे जो फांसी खा के अपना कुएं में लटक गया हुआ था, ये उनको नहीं देंगे। ये अपनी फॉर्च्यूनर में घूमेंगे। तो मेरा कहना इतना सा, आप अपनी फॉर्च्यूनर में घूमिए, मस्त रहिए, लेकिन हमको उनको भी सेवा करनी है जिनके बच्चे के पास पांव में चप्पल नहीं है।
तो ठीक है, आप हमको अपना काम करने दीजिए। चलिए आप अपना ठीक है काम सर, करिए। शुक्रिया। मैं माफी चाहूंगा, आपको बीच में रोक रहा हूं, मेरे पास समय खत्म हो चला है। शुक्रिया, धन्यवाद हमारे साथ जुड़ने के लिए। बूटा जी ਤੁਹਾਡਾ भी बहुत बहुत ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। देखो किसानों ने बड़ा क्लियर, बूटा जी ने बड़ी क्लियर गल कही है कि ਅਸੀਂ जो ਚਾਹੁੰਦੇ ਆ ਸਰਕਾਰ नहीं दे रही। खैर बजट ਦੇ ਵਿੱਚ ਕੀ ਵਾਕਈ ਜੋ ਤਜਵੀਜ਼ਾਂ ਜਾਂ ਐਲਾਨ ਜੋ ਹੈਗੇ ਨੇ ਉਹ ਇੰਪੈਕਟ ਕਰਨਗੇ ਕਿਸਾਨਾਂ ਨੂੰ, ਕਿਸਾਨੀ ਨੂੰ ਜਾਂ ਖੇਤੀ ਸੈਕਟਰ ਨੂੰ, कि डायरेक्टली या इनडायरेक्टली कदों करनगे, किमें फायदा पहुंचेगा, क्योंकि सरकार का दावा यही है कि किसान केंद्रित है ते किसानों को इसका फायदा पहुंचेगा। इस चर्चा के विच इन्ना ही। मेहमानों का धन्यवाद। एक छोटा जिहा ब्रेक तो बाद दसांगे अपने दर्शकों की राय।